ਸਤਿ ਸ਼੍ਰੀ ਅਕਾਲ ਲੋਕਰਾਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ ਜੀ। ਡਾਕਟਰ ਸਾਹਿਬ, ਇਸ ਵਾਰ ਹੜ੍ਹਾਂ ਦੀ ਇੱਕ ਵੱਡੀ ਕਰੋਪੀ ਸੀ ਪੰਜਾਬ ਦੇ ਉੱਪਰ। ਪੰਜਾਬ ਕੀ ਹਿਮਾਚਲ ਦਾ ਸਾਰਾ ਤੁਸੀਂ ਦੇਖੋ ਕਿ ਬਰਬਾਦ ਹੋ ਗਿਆ, ਤਬਾਹ ਹੋ ਗਿਆ ਹਿਮਾਚਲ ਤਾਂ। ਉੱਤਰ ਭਾਰਤ ਦੇ ਕਿੰਨੇ ਜਿਹੜੇ ਸੂਬੇ ਨੇ ਉਹਨਾਂ ਸੂਬਿਆਂ ਦੇ ਵਿੱਚ ਇੱਕ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ। ਤੇ ਪੰਜਾਬ ਦੇ ਵਿੱਚ ਵੀ ਫਸਲਾਂ ਦਾ ਨੁਕਸਾਨ ਹੋਇਆ, ਗਰੀਬ ਪਰਿਵਾਰਾਂ ਦੇ ਉਹਦੇ 'ਚ ਘਰ ਢਹਿ ਗਏ ਵੱਡੇ ਪੱਧਰ ਦੇ ਉੱਪਰ ਇੱਕ ਸਾਨੂੰ ਆਰਥਿਕ ਨੁਕਸਾਨ ਵੇਖਣ ਨੂੰ ਮਿਲਿਆ। ਆਰਥਿਕ ਨੁਕਸਾਨ, ਜਾਨੀ ਨੁਕਸਾਨ, ਤੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਪਰੇਸ਼ਾਨੀ ਵੀ ਉਪਜੀ। ਪੰਜਾਬ ਨੂੰ ਲੱਗਿਆ ਕਿ ਪਹਿਲਾਂ ਹੀ ਇੱਕ ਆਰਥਿਕ ਸੰਕਟ ਦੇ ਵਿੱਚੋਂ ਮੈਂ ਨਿਕਲ ਰਿਹਾ, ਇੱਕ ਬੋਝ ਮੇਰੇ ਤੇ ਹੋਰ ਆ ਗਿਆ। ਫਿਰ ਮੁਆਵਜ਼ਿਆਂ ਦੇ ਉੱਪਰ ਗੱਲ ਆ ਗਈ, ਖਰਾਬਿਆਂ ਦੇ ਉੱਪਰ ਗੱਲ ਆ ਗਈ ਕਿ ਕਿੰਨੇ ਕੁ ਖਰਾਬੇ ਸਰਕਾਰ ਦੇ ਦੂਗੀ, ਕਿੰਨਾ ਕੁ ਆਖਰ ਮੁਆਵਜ਼ਾ ਜਿਹੜਾ ਉਹਦੀ ਜਿਹੜੀ ਸੀਮਾ ਆਖਰ ਉਹ ਤੈਅ ਹੋ ਜਾਊਗੀ। ਕੇਂਦਰ ਨੇ ਜਿਹੜਾ ਫੰਡ ਰੱਖਿਆ ਹੁੰਦਾ ਕੁਦਰਤੀ ਆਫਤਾਂ ਦੇ ਲਈ, ਉਹਦੇ ਚੋਂ ਪੰਜਾਬ ਦੇ ਵਿੱਚ ਸਾਡੇ ਮਾਨ ਸਾਹਿਬ ਬੋਲੇ ਸੀ, ਕਹਿੰਦੇ ਅਸੀਂ ਲੈਣਾ ਨਹੀਂ ਹੈਗਾ, ਖਜ਼ਾਨੇ ਦੇ ਵਿੱਚੋਂ ਸਮਰੱਥ ਹੈਗੇ। ਚਲੋ ਪੋਲੀਟਿਕਸ ਆਪਣੀ ਥਾਂ ਦੇ ਉੱਪਰ ਰਹੀ ਹੈ ਨਾ ਮਾਮਲੇ 'ਚ। ਹੁਣ ਕੇਂਦਰ ਸਰਕਾਰ ਨੇ ਵੀ ਅਲਾਓ ਕਰਤਾ, ਪੰਜਾਬ ਸਰਕਾਰ ਵੀ ਅੱਗੇ ਵਧਣ ਜਾ ਰਹੀ ਹੈ, ਕੁਛ ਫੰਡ ਪਿਛਲੇ ਦਿਨਾਂ 'ਚ ਜਾਰੀ ਕੀਤਾ ਗਿਆ। ਡਾਕਟਰ ਸਾਹਿਬ, ਕੀ ਰੂਪ ਰੇਖਾ ਸਾਰੇ ਫੰਡ ਦੀ ਉਹ ਸਮਝਾਓ, ਫਿਰ ਆਪਾਂ ਇੱਕ ਇੱਕ ਕਰਕੇ ਅੱਗੇ ਵਧਾਂਗੇ ਜੀ। ਬਿਲਕੁਲ ਭੰਗੂ ਸਾਹਿਬ, ਦੇਖੋ ਪਹਿਲੀ ਗੱਲ ਜਿਹੜੀ ਹੈ ਕਿ ਕੁਦਰਤ ਦੀ ਮਾਰ ਜਦੋਂ ਪੈਂਦੀ ਹੈ ਜੀ ਤਾਂ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਜਿਵੇਂ ਤੁਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਹੈ, ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਦੇਖਿਆ ਹੈ, ਚਾਹੇ ਟੀਵੀ ਦੇ ਵਿੱਚ ਦੇਖਿਆ ਹੋਵੇ, ਚਾਹੇ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਹੋਣ, ਕਿ ਕਿਸ ਤਰ੍ਹਾਂ ਢਿੱਗਾਂ ਗਿਰੀਆਂ, ਕਿਸ ਤਰ੍ਹਾਂ ਬੱਦਲ ਫਟੇ, ਔਰ ਕਿਸ ਤਰ੍ਹਾਂ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਸੀਗਾ ਵਗ ਰਿਹਾ ਸੀਗਾ, ਔਰ ਜਿਨ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ, ਜਾਨੀ ਵੀ, ਮਾਲੀ ਵੀ, ਔਰ ਹਰ ਤਰ੍ਹਾਂ ਦਾ। ਖਾਸ ਤੌਰ ਤੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਦਰਖਤ ਨੇ, ਉਹ ਦਰਖਤਾਂ ਨੂੰ ਜਦੋਂ ਕੱਟਿਆ ਗਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਨਵੀਆਂ ਬਿਲਡਿੰਗਾਂ ਉਸਾਰੀਆਂ ਜਾਂਦੀਆਂ ਨੇ, ਤਾਂ ਲਾਜ਼ਮੀ ਤੌਰ ਤੇ ਨੁਕਸਾਨ ਤਾਂ ਹੋਣਾ ਹੀ ਸੀਗਾ। ਸੋ ਇੱਕ ਮਾਡਲ ਜਿਹੜਾ ਹੈਗਾ, ਚਾਹੇ ਪਹਿਲਾਂ ਉੱਤਰਾਖੰਡ ਦੇ ਵਿੱਚ ਹੋਇਆ ਹੋਵੇ, ਚਾਹੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਵੇ, ਉਹ ਮਾਡਲ ਜਿਹੜਾ ਜਿਹਨੂੰ ਵਿਕਾਸ ਦਾ ਨਾਂ ਦਿੰਦੇ ਹੈ ਸਾਡੀਆਂ ਸਰਕਾਰਾਂ, ਉਹ ਵਿਕਾਸ ਦਾ ਮਾਡਲ ਜਿਹੜਾ ਸੀਗਾ ਉਹ ਫੇਲ ਹੋਇਆ। ਔਰ ਜਿਹਦੇ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਆਮ ਲੋਕਾਂ ਦਾ ਹੋਇਆ। ਬਹੁਤ ਸਾਰੇ ਲੋਕ ਮਾਰੇ ਗਏ, ਘਰ ਤਬਾਹ ਹੋ ਗਏ, ਔਰ ਹੋਰ ਵੀ ਬਹੁਤ ਸਾਰਾ ਜਿਹੜਾ ਸਮਾਨ ਦਾ ਨੁਕਸਾਨ ਹੋ ਗਿਆ। ਔਰ ਮਤਲਬ ਕਿ ਚਾਹੇ ਬਨਸਪਤੀ ਦਾ ਹੋਵੇ, ਚਾਹੇ ਖੇਤਾਂ ਦਾ ਹੋਵੇ, ਚਾਹੇ ਉਹ ਸੇਬਾਂ ਦਾ ਹੋਵੇ, ਹਰ ਤਰ੍ਹਾਂ ਦਾ ਨੁਕਸਾਨ ਜਿਹੜਾ ਸੀਗਾ ਉਹ ਹੋਇਆ। ਸੋ ਹੁਣ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਕਿਉਂਕਿ ਉਹ ਸਾਰਾ ਪਾਣੀ ਪੰਜਾਬ ਦੇ ਵਿੱਚ ਆਉਣਾ, ਕਿਉਂਕਿ ਪੰਜਾਬ ਜਿਹੜਾ ਹੈਗਾ ਮੈਦਾਨੀ ਇਲਾਕਾ ਹੈ। ਜੇ ਆਪਾਂ ਰਿਪੇਰੀਅਨ ਲਾਅ ਦੇ ਮੁਤਾਬਕ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਉਹ ਸਾਰਾ ਪਾਣੀ ਜਿਹੜਾ ਹੁੰਦਾ ਹੈ, ਉਹ ਜ਼ਿੰਮੇਵਾਰੀ ਜਿੱਥੋਂ ਪਾਣੀ ਲੰਘਦਾ ਹੈ ਉਸ ਸਟੇਟ ਦੀ ਹੁੰਦੀ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਉਹ ਸਾਰੇ ਪਾਣੀ ਦਾ ਜਿਹੜਾ ਸੀਗਾ ਉਹ ਵਹਾਅ ਵਧਿਆ, ਔਰ ਵੱਖ-ਵੱਖ ਡੈਮਾਂ ਦੇ ਵਿੱਚ, ਵੱਖ-ਵੱਖ ਨਹਿਰਾਂ ਦੇ ਵਿੱਚ, ਵੱਖ-ਵੱਖ ਨਦੀਆਂ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਕਿ ਪਾਣੀ ਦਾ ਲੈਵਲ ਕਿਵੇਂ ਉੱਚਾ ਹੋਇਆ, ਜਿਹਦੇ ਕਰਕੇ ਬਹੁਤ ਜ਼ਿਆਦਾ ਪਾਣੀ ਛੱਡਣਾ ਪਿਆ। ਔਰ ਨੁਕਸਾਨ ਜਿਹੜਾ ਸੀਗਾ, ਚਾਹੇ ਘੱਗਰ ਹੋਵੇ, ਚਾਹੇ ਹੋਰ ਵੱਡੇ ਦਰਿਆ ਹੋਣ, ਉਹਨਾਂ ਦੇ ਵਿੱਚ ਜਿਹੜਾ ਸੀਗਾ ਪਾਣੀ ਵਧਣ ਕਰਕੇ ਪਿੰਡਾਂ ਦੇ ਪਿੰਡ ਜਿਹੜੇ ਸੀਗੇ ਉਹ ਹੜ੍ਹਾਂ ਦੇ ਵਿੱਚ ਆ ਗਏ। ਸੋ ਲੱਖਾਂ ਏਕੜ ਝੋਨਾ, ਜਿਹੜਾ ਆਪਾਂ ਨੂੰ ਸਮਝਣ ਵਾਲੀ ਗੱਲ ਹੈ ਜਦੋਂ ਤੁਸੀਂ ਮੁਆਵਜ਼ੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਮੁਆਵਜ਼ੇ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੋ ਮੁਆਵਜ਼ਾ ਮਿਲਦਾ ਸੀਗਾ, ਉਹ ਕਦੇ ਏਦਾਂ ਜਿਹੜੀਆਂ ਫਸਲਾਂ, ਜਦੋਂ ਜੀਰੀ ਦਾ ਸਮਾਂ ਆਉਂਦਾ ਸੀ, ਜੀਰੀ ਲਗਾਉਣ ਦਾ ਸਮਾਂ ਆਉਂਦਾ ਸੀਗਾ, ਉਦੋਂ ਕਿਉਂਕਿ ਪਾਣੀ ਵਹਾਅ ਦੇ ਨਾਲ ਚਲਿਆ ਜਾਂਦਾ ਸੀਗਾ। ਪਰ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਉਹ ਪਾਣੀ ਜਿਹੜਾ ਸੀਗਾ ਬਹੁਤ ਜ਼ਿਆਦਾ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਜੀਰੀਆਂ ਜਿਹੜੀਆਂ ਸੀ ਉਹ ਦੁਬਾਰਾ ਲਾਉਣੀਆਂ ਪੈ ਗਈਆਂ। ਉਹ ਸਾਰੀ ਦੀ ਸਾਰੀ ਫਸਲ ਜਿਹੜੀ ਸੀਗੀ ਉਹ ਤਬਾਹ ਹੋ ਗਈ, ਜਿਹਦੇ ਕਰਕੇ ਫਸਲਾਂ ਦਾ ਨੁਕਸਾਨ ਵੀ ਹੋਇਆ, ਔਰ ਲਵਾਈ ਦਾ ਨੁਕਸਾਨ ਵੀ ਹੋਇਆ। ਹੋਰ ਵੀ ਜਿਹੜੀ ਚੀਜ਼ਾਂ ਸੀਗੀਆਂ, ਚਾਹੇ ਉਹਦੇ ਵਿੱਚ ਖਾਦ ਪਾਈ ਗਈ ਸੀਗੀ ਜਾਂ ਹੋਰ ਜਿਹੜੀਆਂ ਚੀਜ਼ਾਂ ਦੇ ਨਾਲ ਤਿਆਰੀ ਕੀਤੀ ਗਈ ਸੀਗੀ ਝੋਨੇ ਦੀ, ਉਹ ਵੀ ਜਿਹੜਾ ਸੀਗਾ ਖਰਾਬ ਹੋ ਗਿਆ ਸੀਗਾ। ਸੋ ਇਸ ਕਰਕੇ ਪੰਜਾਬ ਸਰਕਾਰ ਨੇ, ਜਿਵੇਂ ਤੁਸੀਂ ਦੱਸਿਆ ਕਿ ਭਗਵੰਤ ਮਾਨ ਹੋਰਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ, ਔਰ ਕੇਂਦਰ ਸਰਕਾਰ ਨੇ ਉਹ ਬੇਨਤੀ ਪ੍ਰਵਾਨ ਕੀਤੀ, ਜਿਹਦੇ ਕਰਕੇ ਇਹ ਮੁਆਵਜ਼ਾ ਜਿਹੜਾ ਸੀਗਾ, ਜਿਵੇਂ ਇਹ ਕਿਹਾ ਗਿਆ
ਕਿ ਜਿਹੜੀ ਫਸਲ ਲਵਾਈ ਜਿਹੜੀ ਹੈਗੀ ਹੈ ਉਹਦਾ ਖਰਚਾ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਗਿਰਦਾਵਰੀ ਜਦੋਂ ਹੋ ਜਾਏਗੀ, ਡਿਪਟੀ ਕਮਿਸ਼ਨਰ ਉਹਦੀਆਂ ਰਿਪੋਰਟਾਂ ਦੇ ਦੇਣਗੇ, ਤਾਂ ਜਿਹੜਾ ਬਾਕੀ ਰਹਿੰਦਾ ਮੁਆਵਜ਼ਾ ਹੈ ਉਹ ਵੀ ਲੋਕਾਂ ਨੂੰ ਮਿਲੇਗਾ। ਸੋ ਇੱਕ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਆਪਾਂ ਸ਼ਲਾਘਾ ਕਰਨੀ ਬਣਦੀ ਹੈ, ਮੋਦੀ ਸਾਹਿਬ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਇਹ ਮੁਆਵਜ਼ਾ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਹੈ, ਔਰ ਜਿਹਦੇ ਕਰਕੇ ਪੰਜਾਬ ਸਰਕਾਰ ਨੇ ਮਿਲ ਕੇ ਇਹ ਸਾਰਾ ਮੁਆਵਜ਼ਾ ਜਿਹੜਾ ਹੈਗਾ ਕਿਸਾਨਾਂ ਨੂੰ ਕਾਫੀ ਪਹਿਲਾਂ ਦਿੱਤਾ ਵੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਗਿਰਦਾਵਰੀਆਂ ਹੁੰਦੀਆਂ ਰਹਿਣਗੀਆਂ, ਡਿਪਟੀ ਕਮਿਸ਼ਨਰ ਰਿਪੋਰਟਾਂ ਦਿੰਦੇ ਰਹਿਣਗੇ, ਉਹਦੇ ਹਿਸਾਬ ਨਾਲ ਮੁਆਵਜ਼ਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਰਹੇਗਾ। ਭੰਗੂ ਸਾਹਿਬ ਜੀ, ਡਾਕਟਰ ਸਾਹਿਬ, ਇੱਕ ਕਨਫਲਿਕਟ ਵੀ ਦੇਖਣ ਨੂੰ ਇੱਥੇ ਮਿਲਿਆ। ਸਾਡੇ ਮਾਨ ਸਾਹਿਬ ਦੀ ਸਟੇਟਮੈਂਟ ਸੀ ਕਿ ਅਸੀਂ ਕੇਂਦਰ ਦੀ ਸਹਾਇਤਾ ਨਹੀਂ ਲੈਣਾ ਚਾਹੁੰਦੇ ਹੈਗੇ ਇਹਦੇ 'ਚ। ਹਾਲਾਂਕਿ ਹੁਣ ਵੀ ਕੇਂਦਰ ਨੇ ਹੀ ਅਲਾਓ ਕੀਤਾ। ਕਿ ਦੇਖੋ, ਇੱਕ ਇਹ ਵੀ ਗੱਲ ਹੁੰਦੀ ਹੈ ਕਿ ਜਦੋਂ ਭੀੜ ਪੈਂਦੀ ਹੈ ਲੋਕਾਂ ਦੇ ਉੱਪਰ, ਤਾਂ ਕਿਉਂ ਨਾ ਇਹੋ ਜਿਹੀਆਂ ਜਿਹੜੀਆਂ ਪੋਲੀਟੀਕਲ ਸਟੇਟਮੈਂਟਾਂ ਹੁੰਦੀਆਂ ਨੇ, ਇਹਨਾਂ ਨੂੰ ਫਿਰ ਕਿਹਨਾਂ ਅਰਥਾਂ ਦੇ ਵਿੱਚ ਲਿਆ ਜਾ ਸਕਦਾ ਡਾਕਟਰ ਸਾਹਿਬ? ਬਿਲਕੁਲ, ਦੇਖੋ ਜਿਹੜਾ ਇਹ ਮੁਆਵਜ਼ਾ ਹੈ, ਜਿਸ ਕਿਸਮ ਦਾ ਇਹ ਮੁਆਵਜ਼ਾ ਸੀਗਾ, ਇਹ ਪਹਿਲੀ ਵਾਰੀ ਹੋਇਆ ਸੀਗਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਕਿਉਂਕਿ ਪਹਿਲਾ ਮੁਆਵਜ਼ਾ ਕੀ ਹੁੰਦਾ ਸੀਗਾ ਕਿ ਖੜੀ ਫਸਲ ਜਿਹੜੀ ਹੈਗੀ ਆ ਉਹ ਤਬਾਹ ਹੋ ਜਾਂਦੀ ਸੀਗੀ, ਜਾਂ ਫਸਲ ਬਿਲਕੁਲ ਕਟਾਈ ਦੇ ਲਵੇ ਹੈ, ਜਾਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਪੱਕ ਚੁੱਕੀ ਹੈ, ਉਦੋਂ ਪਾਣੀ ਆਉਂਦਾ ਸੀ ਜਾਂ ਉਦੋਂ ਮਾਰ ਪੈਂਦੀ ਸੀ, ਤਾਂ ਹਮੇਸ਼ਾ ਉਦੋਂ ਹੀ ਮਿਲਦਾ ਹੁੰਦਾ ਸੀਗਾ। ਪਰ ਕਿਉਂਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦਾ ਅੰਦਾਜ਼ਾ ਨਾ ਹੋਵੇ ਕਿ ਸ਼ਾਇਦ ਸਰਕਾਰ ਜਿਹੜੀ ਹੈਗੀ, ਖਾਸ ਤੌਰ ਤੇ ਕੇਂਦਰ ਸਰਕਾਰ, ਜਿਹੜੀ ਖੜੀ ਜਿਹੜੀ ਲਵਾਈ ਹੋਈ ਫਸਲ ਹੈ, ਬਿਲਕੁਲ ਜਿਹੜੀ ਤਾਜ਼ੀ ਫਸਲ ਹੈ, ਜੀਰੀ ਹੈ, ਝੋਨਾ ਹੈ, ਇਹਦੇ ਉੱਤੇ ਸ਼ਾਇਦ ਮੁਆਵਜ਼ਾ ਨਹੀਂ ਦੇਵੇਗੀ। ਉਹਨਾਂ ਨੂੰ ਹੋ ਸਕਦਾ ਕਿ ਉਸ ਵੇਲੇ ਇਹ ਉਮੀਦ ਹੋਵੇ, ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੇਂਦਰ ਸਰਕਾਰ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਹੀ ਦੇਵੇਗੀ। ਔਰ ਇੱਕ ਕਿਸਮ ਦਾ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਆਈਡੀਆ ਦਿੱਤਾ ਕਿ ਜੇਕਰ ਕਿਸਾਨ ਜਿਹੜੇ ਨੇ ਉਹ ਨਿਰਾਸ਼ ਨਾ ਹੋਣ, ਔਰ ਜੇਕਰ ਕੇਂਦਰ ਸਰਕਾਰ ਨਹੀਂ ਦੇਗੀ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਦੇ ਨਾਲ ਖੜੀ ਹੈ। ਇਹ ਮੈਸੇਜ ਦੇਣ ਦੀ ਕੋਸ਼ਿਸ਼ ਉਸ ਵੇਲੇ ਮਾਨ ਸਾਹਿਬ ਨੇ ਕੀਤੀ ਸੀਗੀ। ਪਰ ਬਾਅਦ ਦੇ ਵਿੱਚ, ਜਿਵੇਂ ਮੈਂ ਕਿਹਾ ਹੈ, ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ, ਔਰ ਕੇਂਦਰੀ ਮੰਤਰੀ ਵੱਲੋਂ ਜਦੋਂ ਹਰੀ ਝੰਡੀ ਦੇ ਦਿੱਤੀ ਗਈ, ਤਾਂ ਇਹ ਜਿਹੜਾ ਮੁਆਵਜ਼ਾ ਹੈ ਪੰਜਾਬ ਸਰਕਾਰ ਨਾਲ ਮਿਲ ਕੇ ਇਹ ਦੇਣਾ ਸੰਭਵ ਹੋ ਸਕਿਆ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਜ਼ਿੰਪਾ ਜੀ ਨੇ, ਜਿਹੜੇ ਸਾਡੇ ਮੰਤਰੀ ਨੇ, ਉਹਨਾਂ ਦੀ ਵੀ ਕੋਸ਼ਿਸ਼ ਹੈ ਔਰ ਮਾਨ ਸਾਹਿਬ ਦੀ ਵੀ ਕੋਸ਼ਿਸ਼ ਹੈ। ਔਰ ਕੋਸ਼ਿਸ਼ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਹੈ, ਇਹ ਕੇਂਦਰ ਔਰ ਸਟੇਟ ਦੀ ਜਿਹੜੀ ਆਪਸੀ ਦੋਸਤਾਨਾ ਰਵੱਈਆ ਹੈ, ਉਹਦੇ ਉੱਤੇ ਨਿਰਭਰ ਕਰਦਾ ਹੈ। ਜਿੰਨਾ ਇਹ ਦੋਸਤਾਨਾ ਰਵੱਈਆ ਰਹੇਗਾ, ਉਨਾ ਹੀ ਕੇਂਦਰ ਔਰ ਸਟੇਟਾਂ ਦਾ ਫਾਇਦਾ ਹੁੰਦਾ ਹੈ। ਕਿਉਂਕਿ ਕੇਂਦਰ ਜੇਕਰ ਕੱਟ ਲਾਏਗਾ ਕਿਸੇ ਕਿਸਮ ਦਾ, ਤਾਂ ਲਾਜ਼ਮੀ ਤੌਰ ਤੇ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਸਮੱਸਿਆ ਆ ਸਕਦੀ ਹੈ। ਇਸ ਕਰਕੇ ਜੇਕਰ ਸਟੇਟ ਜਿਹੜੀ ਹੈਗੀ ਹੈ ਉਹ ਇਕੱਲੇ ਹੀ ਇੱਦਾਂ ਦੇ ਮੁਆਵਜ਼ੇ ਦੇਣ ਦੀ ਕੋਸ਼ਿਸ਼ ਕਰੇਗੀ, ਤਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਸੰਭਵ ਨਹੀਂ ਹੋ ਸਕਣਗੀਆਂ, ਕਿਉਂਕਿ ਫਿਰ ਉਹਨਾਂ ਨੂੰ ਘੱਟ ਮੁਆਵਜ਼ਾ ਦਿੱਤਾ ਜਾਵੇਗਾ। ਸੋ ਇਸ ਕਰਕੇ ਇਹ ਚੰਗੀ ਗੱਲ ਹੈ ਕਿ ਪਹਿਲੀ ਵਾਰੀ ਇਹ ਹੋਇਆ ਕਿ ਕੇਂਦਰ ਔਰ ਸਟੇਟ ਦੀ ਸਰਕਾਰ ਨੇ ਮਿਲ ਕੇ ਉਹ ਮੁਆਵਜ਼ਾ ਦਿੱਤਾ ਹੈ, ਜਿਹੜਾ ਪਹਿਲਾਂ ਕਦੇ ਵੀ ਨਹੀਂ ਹੋਇਆ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਸ਼ੁਰੂ ਦੀਆਂ ਜਿਹੜੀਆਂ ਫਸਲਾਂ, ਝੋਨਾ ਲਗਾਇਆ ਗਿਆ ਸੀਗਾ, ਉਹ ਤਬਾਹ ਹੋਈਆਂ, ਔਰ ਉਹਨਾਂ ਦੀ ਲਵਾਈ ਦਾ ਜਿਹੜਾ ਮੁਆਵਜ਼ਾ ਹੈ ਉਹ ਕਿਸਾਨਾਂ ਨੂੰ ਮਿਲ ਰਿਹਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਭੰਗੂ ਸਾਹਿਬ ਜੀ, ਡਾਕਟਰ ਸਾਹਿਬ, ਜੇਕਰ ਗਵਰਨਰ ਸਾਹਿਬ ਵਾਲੇ ਇਸ਼ੂ ਤੇ ਥੋੜਾ ਜਿਹਾ ਗੱਲ ਕਰਨੀ ਹੋਵੇ ਕਿ ਉਹਨੂੰ ਤੁਸੀਂ ਕਿਵੇਂ ਵੇਖਿਆ? ਗਵਰਨਰ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਤੋੜ ਦਿਆਂਗੇ, ਲਿਖ ਕੇ ਦੇ ਦਾਂਗੇ ਰਾਸ਼ਟਰਪਤੀ ਸਾਹਿਬ ਨੂੰ, ਸਾਡੇ ਕੋਲ ਅਧਿਕਾਰ ਨੇ। ਦੇਖੋ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਕੇਂਦਰ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਉਹਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ, ਉਹਨਾਂ ਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਨੁਕਸਾਨ ਪਹੁੰਚਾਇਆ ਜਾਵੇ, ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਇਆ ਜਾਵੇ, ਉਹਨਾਂ ਨੂੰ ਤੋੜਿਆ ਜਾਵੇ, ਜਾਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਪ੍ਰੈਸ਼ਰ ਦੇ ਵਿੱਚ ਰੱਖ ਕੇ
ਜਿਹੜਾ ਹੈਗਾ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵਿਸ਼ੇਸ਼ ਤੌਰ ਤੇ ਤੁਸੀਂ ਦੇਖੋਗੇ, ਚਾਹੇ ਉਹ ਦਿੱਲੀ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਪੱਛਮੀ ਬੰਗਾਲ ਹੋਵੇ, ਚਾਹੇ ਕੇਰਲਾ ਹੋਵੇ, ਯਾਨੀ ਕਿ ਜਿੱਥੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੁੰਦੀਆਂ ਜਾਂ ਹੈਗੀਆਂ ਨੇ, ਉਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਤੋੜਨ ਦੀ ਔਰ ਨੁਕਸਾਨ ਪਹੁੰਚਾਉਣ ਦੀ। ਉਹੀ ਗੱਲ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਗਵਰਨਰ ਸਾਹਿਬ ਜਿਹੜੀ ਉਹ ਇੱਕ ਗਵਰਨਰ ਦਾ ਰੋਲ ਨਹੀਂ ਅਦਾ ਕਰ ਰਹੇ, ਉਹ ਇੱਕ ਬੀਜੇਪੀ ਦੇ ਲੀਡਰ ਦਾ ਰੋਲ ਅਦਾ ਕਰ ਰਹੇ ਨੇ। ਕਿ ਜਿਵੇਂ ਬੀਜੇਪੀ ਦੇ ਵਿਰੋਧੀ ਧਿਰ ਹੁੰਦੀ ਹੈ, ਉਹਦੇ ਲੀਡਰ ਹੁੰਦੇ ਆ, ਉਸ ਕਿਸਮ ਦਾ ਰੋਲ ਜਿਹੜੇ ਨੇ ਅਦਾ ਕਰਦੇ ਨਜ਼ਰ ਆ ਰਹੇ ਨੇ। ਜਦੋਂ ਕਿ ਉਹਨਾਂ ਦਾ ਜਿਹੜਾ ਲਾਅ ਆਪਾਂ ਦੇਖਦੇ ਹਾਂ, ਕਾਨੂੰਨ ਦੇ ਤੌਰ ਤੇ ਇਹਨਾਂ ਗੱਲਾਂ ਨੂੰ ਦੇਖਦੇ ਹਾਂ, ਤਾਂ ਇਸ ਕਿਸਮ ਦਾ ਕੋਈ ਉਹਨਾਂ ਕੋਲੇ ਸ਼ਕਤੀ ਨਹੀਂ ਹੈ, ਪਾਵਰ ਨਹੀਂ ਹੈ। ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਹੈ, ਉਹਦੇ ਵਿੱਚ ਲੋਕਾਂ ਦਾ ਰਾਜ ਕਿਹਾ ਗਿਆ ਹੈ। ਔਰ ਲੋਕਾਂ ਦਾ ਰਾਜ ਦਾ ਮਤਲਬ ਹੈ ਕਿ ਜਿਹੜੇ ਚੁਣ ਕੇ ਆਉਂਦੇ ਆ ਲੋਕੀ, ਜਿਹੜੇ ਇਹ ਨਹੀਂ ਕਿ ਜਿਹੜੇ ਉੱਪਰੋਂ ਥੋਪੇ ਜਾਂਦੇ ਆ। ਗਵਰਨਰ ਹਮੇਸ਼ਾ ਹੀ ਕੇਂਦਰ ਸਰਕਾਰ ਵੱਲੋਂ ਲਾਇਆ ਜਾਂਦਾ, ਆਪਾਂ ਸਾਰੇ ਜਾਣਦੇ ਹਾਂ। ਕੇਂਦਰ ਸਰਕਾਰ ਦੇ ਵਿੱਚ ਜਿਹਦੀ ਵੀ ਪਾਰਟੀ ਦੀ ਸੱਤਾ ਹੋਏਗੀ, ਉਹੀ ਪਾਰਟੀ ਦੀ ਨੁਮਾਇੰਦਗੀ ਗਵਰਨਰ ਕਰਦਾ। ਸੋ ਇੱਥੇ ਵੀ ਗਵਰਨਰ ਸਾਹਿਬ ਇਸ ਵੇਲੇ ਬੀਜੇਪੀ ਦੀ ਨੁਮਾਇੰਦਗੀ ਕਰਦੇ ਨਜ਼ਰ ਆ ਰਹੇ ਨੇ, ਜਿਹੜਾ ਕਿ ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈ। ਉਹਨਾਂ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਿਰਪੱਖ ਦੇ ਤੌਰ ਤੇ, ਨਿਰਪੱਖ ਗਵਰਨਰ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇੱਕ ਪਾਸੜ ਹੋ ਕੇ ਜਾਣੀ ਕਿ ਬੀਜੇਪੀ ਦੀਆਂ ਜੋ ਨੀਤੀਆਂ ਨੇ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਉਹ ਕੰਮ ਕਰਦੇ ਨਜ਼ਰ ਆ ਰਹੇ ਨੇ, ਜਿਹੜਾ ਕਿ ਸੰਵਿਧਾਨ ਦੇ ਤੌਰ ਤੇ ਬਿਲਕੁਲ ਗਲਤ ਆਪਾਂ ਕਹਿ ਸਕਦੇ ਹਾਂ। ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ ਪਬਲਿਕਲੀ, ਖਾਸ ਤੌਰ ਤੇ, ਕਿਉਂਕਿ ਗਵਰਨਰ ਨੇ ਤਾਂ ਚੁੱਪ ਰਹਿਣਾ ਹੁੰਦਾ ਹੈ। ਗਵਰਨਰ ਨੇ ਚੁੱਪ ਰਹਿ ਕੇ ਕੰਮ ਕਰਨਾ ਹੁੰਦਾ ਹੈ। ਗਵਰਨਰ ਤਾਂ ਇਹ ਵੀ ਕਿਹਾ ਜਾਂਦਾ ਕਿ ਰਬੜ ਦੀ ਮੋਹਰ ਹੁੰਦੇ ਆ। ਜੋ ਵਿਧਾਨ ਸਭਾ ਉਹਨਾਂ ਨੂੰ ਕਾਨੂੰਨ ਬਣਾ ਕੇ ਭੇਜਦੀ ਹੈ, ਜੋ ਵਿਧਾਨ ਦੇ ਹਿਸਾਬ ਦੇ ਨਾਲ ਜੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਉਹ ਹੁੰਦਾ, ਨਾ ਕਿ ਜਿਹੜਾ ਹੈਗਾ ਆਪਣੀ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਹੈ, ਆਪਣੀ ਤਰ੍ਹਾਂ ਦੀ ਜੋ ਰਾਜਨੀਤੀ ਗਵਰਨਰ ਸਾਹਿਬ ਇੱਥੇ ਕਰਦੇ ਨਜ਼ਰ ਆ ਰਹੇ ਨੇ। ਉਹ ਜਿਹੜੀ ਬੜੀ ਮੰਦਭਾਗੀ ਹੈ ਪੰਜਾਬ ਦੇ ਲੋਕਾਂ ਲਈ। ਇੱਦਾਂ ਦੇ ਜਿਹੜੇ ਬਿਆਨਬਾਜ਼ੀ ਹੈ, ਇੱਦਾਂ ਦੇ ਬਿਆਨ, ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਖਾਸ ਤੌਰ ਤੇ ਗਵਰਨਰ ਰਾਜ ਨੂੰ ਲਾਉਣ ਦੀ, ਉਹਦੇ ਨਾਲ ਬੀਜੇਪੀ ਦਾ ਜੋ ਮਾੜਾ ਮੋਟਾ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਵੋਟ ਬੈਂਕ ਹੈ, ਉਹ ਵੀ ਟੁੱਟ ਜਾਏਗਾ। ਕਿਉਂਕਿ ਜੇਕਰ ਉਹ 24 ਦੀਆਂ ਚੋਣਾਂ ਬਹੁਤ ਜਲਦੀ ਨੇੜੇ ਆ ਰਹੀਆਂ, ਆਪਾਂ ਸਾਰੇ ਜਾਣਦੇ ਹਾਂ, 24 ਦੀਆਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਗੇ ਕਿ ਅਸੀਂ ਤਾਂ ਇੱਥੇ ਗਵਰਨਰ ਰਾਜ ਲਾ ਦਾਂਗੇ, ਤਾਂ ਲੋਕਾਂ ਨੇ ਤਾਂ 24 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਨਹੀਂ ਵੋਟਾਂ ਪਾਉਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਤਾਂ ਗਵਰਨਰ ਜਿਹੜੇ ਨੇ ਉਹ ਪੰਜਾਬ ਵਿਰੋਧੀ ਨੇ। ਸੋ ਇਸ ਕਰਕੇ 24 ਦੀਆਂ ਵੋਟਾਂ ਨੂੰ ਦੇਖਦੇ ਹੋਏ ਘੱਟੋ ਘੱਟ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਭੰਗੂ ਸਾਹਿਬ, ਡਾਕਟਰ ਸਾਹਿਬ, ਕੀ ਹੁਣ ਇਸ ਸਮੇਂ ਦੇ ਵਿੱਚ ਜਿਸ ਸਮੇਂ ਦੇ ਉੱਪਰ ਪੰਜਾਬ ਖੜਿਆ ਜਾਂ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ, ਕੀ ਪੋਸੀਬਲ ਹੈ, ਸੰਭਵ ਹੈ, ਏਦਾਂ ਹੋ ਸਕਦਾ? ਦੇਖੋ, ਬਿਲਕੁਲ ਜੇ ਆਪਾਂ ਸੰਵਿਧਾਨ ਦੇ ਮੁਤਾਬਕ ਚੱਲੀਏ ਤਾਂ ਇਹ ਸੰਭਵ ਨਹੀਂ ਹੈ। ਕਿਉਂਕਿ ਜੇਕਰ ਏਦਾਂ ਤੁਸੀਂ ਬਾਕੀ ਸਰਕਾਰਾਂ ਵੀ ਕਿ ਸਾਡੀਆਂ ਜਿਹੜੀਆਂ ਸਾਡੇ ਗਵਰਨਰ ਸਾਹਿਬ ਨੇ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਗਏ, ਉਹਨਾਂ ਦੀ ਈਗੋ ਨੂੰ ਪੱਠੇ ਨਹੀਂ ਪਾਏ ਗਏ, ਇਸ ਕਰਕੇ ਤੁਸੀਂ ਗਵਰਨਰ ਰਾਜ ਲਾ ਦਿਓ, ਏਦਾਂ ਕਦੇ ਵੀ ਸੰਭਵ ਨਹੀਂ ਹੋ ਸਕਿਆ। ਸੋ ਹਾਂ, ਜੇਕਰ ਤੁਹਾਡੇ ਤੁਸੀਂ ਇਹ ਕਹਿ ਸਕਦੇ ਹੋ ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਮੰਨ ਲਓ ਜਿਵੇਂ ਮਣੀਪੁਰ ਦੇ ਵਿੱਚ ਹੈ, ਜਿਵੇਂ ਹਰਿਆਣੇ ਦੇ ਵਿੱਚ ਹੈ, ਉੱਥੇ ਤੁਸੀਂ ਇਹ ਕਹਿ ਕੇ ਕਿ ਸਟੇਟਾਂ ਤੋਂ ਆਪਣੇ ਜਿਹੜੇ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਤੋਂ, ਇਹਨਾਂ ਸਟੇਟਾਂ ਦੀਆਂ ਤੋਂ ਜਿਹੜੀ ਲਾਅ ਐਂਡ ਆਰਡਰ ਦੀ ਸਮੱਸਿਆ ਹੱਲ ਨਹੀਂ ਹੋ ਰਹੀ, ਉੱਥੇ ਤੁਸੀਂ ਏਦਾਂ ਦੇ ਬਿਆਨ ਦੇ ਸਕਦੇ ਹੋ ਕਿ ਇੱਥੇ ਕਿਉਂ ਨਾ ਗਵਰਨਿੰਗ ਰਾਜ ਲਾਇਆ ਜਾਏ, ਕਿਉਂ ਨਾ ਮਣੀਪੁਰ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਪਿਛਲੇ 4-5 ਮਹੀਨਿਆਂ ਤੋਂ ਲਗਾਤਾਰ, ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ, ਉੱਥੇ ਇਹ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਸੰਵਿਧਾਨ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਮੋਦੀ ਸਾਹਿਬ ਨੂੰ ਜਾਂ ਰਾਸ਼ਟਰਪਤੀ ਨੂੰ ਉੱਥੇ ਚਾਹੀਦਾ ਸੀਗਾ ਕਿ ਗਵਰਨਰ ਰਾਜ ਲਾਇਆ ਜਾਂਦਾ, ਤਾਂ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਦੀਆਂ ਸੀਗੀਆਂ। ਜੇਕਰ ਅੱਜ ਤੋਂ 4 ਮਹੀਨੇ ਪਹਿਲਾਂ ਗਵਰਨਰ ਰਾਜ ਲੱਗ ਜਾਂਦਾ ਮਣੀਪੁਰ ਦੇ ਵਿੱਚ, ਤਾਂ ਬਹੁਤ ਸਾਰੇ ਲੋਕ ਜਿਹੜੇ ਅੱਜ ਮਾਰੇ ਜਾ ਚੁੱਕੇ ਨੇ ਉਹ ਬਚਾਏ ਜਾ ਸਕਦੇ ਸੀਗੇ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਉੱਥੇ ਵੀ ਸਮੇਂ ਸਿਰ ਗਵਰਨਰੀ ਰਾਜ ਲਾਗੂ ਹੁੰਦਾ ਤਾਂ ਉਹ ਜਿਹੜੀ ਨੂੰਹ ਦੇ ਵਿੱਚ ਹਿੰਸਾ ਹੋਈ ਹੈ
ਔਰ ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਨੇ, ਉਹ ਬਚ ਸਕਦੇ ਸੀਗੇ। ਸੋ ਇਦਾਂ ਦੀਆਂ ਮੈਨੂੰ ਇਹ ਲੱਗਦਾ ਹੈ ਕਿ ਸੰਵਿਧਾਨ ਇਹ ਜ਼ਰੂਰ ਕਹਿੰਦਾ ਹੈ ਕਿ ਜਿੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਜਿਹੜਾ ਹੈਗਾ ਗਵਰਨਰੀ ਰਾਜ ਲਾਗੂ ਹੋਣਾ ਚਾਹੀਦਾ। ਪੰਜਾਬ ਤਾਂ ਇੱਕ ਬਹੁਤ ਹੀ ਸ਼ਾਂਤਮਈ ਸੂਬਾ ਹੈ, ਬਹੁਤ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਕੰਮ ਕਰਦੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਕਿਸਾਨੀ ਅੰਦੋਲਨ ਵੀ ਜਿੰਨੀ ਦੇਰ ਰਿਹਾ ਹੈ ਉਹ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਨੇ ਉਹ ਜਿੱਤਿਆ, ਕਿਸਾਨਾਂ ਨੇ ਅੱਗੇ ਆ ਕੇ ਉਹ ਵੱਡਾ ਸੰਘਰਸ਼ ਲੜਿਆ ਹੈ। ਔਰ ਉਸ ਵੇਲੇ ਵੀ ਕੋਈ ਇਸ ਕਿਸਮ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਜੀ ਡਾਕਟਰ ਸਾਹਿਬ, ਆਖਰੀ ਸਵਾਲ ਇੱਕ, ਜਦੋਂ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਠੀਕ ਸੀ, ਲਹਿਜਾ ਉਹ ਨਹੀਂ ਸੀ ਮਾਨ ਸਾਹਿਬ ਦਾ ਜਿਹੜਾ ਅੱਗੇ ਗਵਰਨਰ ਸਾਹਿਬ ਦੇ ਉੱਪਰ ਸ਼ਬਦੀ ਹਮਲੇ ਦਾ ਹੁੰਦਾ। ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਧੱਕਾ ਕਰ ਰਹੀ ਹੈ ਇੱਥੇ ਬੀਜੇਪੀ, ਗਵਰਨਰ ਧੱਕਾ ਕਰ ਰਹੇ ਨੇ। ਖਾਸ ਕਰਕੇ ਤੁਸੀਂ ਹਰਿਆਣਾ ਨੂੰ ਦਾ ਜ਼ਿਕਰ ਕੀਤਾ, ਮੁੱਖ ਮੰਤਰੀ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਹਰਿਆਣਾ ਸੜ ਰਿਹਾ, ਤੁਸੀਂ ਉੱਥੇ ਇਹੋ ਜਿਹੀ ਕਦੇ ਗੱਲ ਨਹੀਂ ਕੀਤੀ ਹੈਗੀ। ਇਹਦੇ ਤੇ ਹਰਿਆਣਾ ਦੇ ਸੀਐਮ ਦਾ ਪਲਟਵਾਰ ਵੀ ਆਇਆ ਸੀ ਕਿ ਹਰਿਆਣਾ ਦੇ ਵਿੱਚ ਸਭ ਕੁਝ ਠੀਕ ਹੈ, ਮਾਨ ਸਾਹਿਬ ਆਪਣੇ ਸੂਬੇ ਵੱਲ ਵੇਖਣ। ਦੇਖੋ, ਜੇਕਰ ਉਹ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਹਰਿਆਣੇ ਦੇ ਕਹਿ ਰਹੇ ਨੇ ਕਿ ਹਰਿਆਣੇ ਦੇ ਵਿੱਚ ਸਭ ਕੁਝ ਠੀਕ ਹੈ, ਤਾਂ ਜਿਹੜੀਆਂ ਅਖਬਾਰਾਂ ਦੀਆਂ ਰਿਪੋਰਟਾਂ ਨੇ ਜਾਂ ਜੋ ਵੀਡੀਓ ਵਾਇਰਲ ਹੋਈਆਂ ਨੇ ਪਿਛਲੇ ਲੰਬੇ ਸਮੇਂ ਤੋਂ, ਉਹ ਕੀ ਨੇ? ਜਿੱਥੇ ਉੱਥੇ ਦੋ ਫਿਰਕਿਆਂ ਨੂੰ ਲੜਾਇਆ ਗਿਆ ਔਰ ਦੋ ਫਿਰਕਿਆਂ ਦੇ ਆਪਸ ਦੇ ਵਿੱਚ ਲੜਾ ਕੇ ਬਹੁਤ ਸਾਰੇ ਲੋਕ ਮਾਰੇ ਗਏ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ, ਬਹੁਤ ਸਾਰੇ ਲੋਕ ਘਰ ਛੱਡ ਕੇ ਦੂਜੇ ਇਲਾਕਿਆਂ ਦੇ ਵਿੱਚ ਚਲੇ ਗਏ ਔਰ ਬਹੁਤ ਸਾਰੇ ਲੋਕਾਂ ਦੇ ਘਰ ਢਾਹ ਦਿੱਤੇ ਗਏ। ਇਹ ਕੀ ਹੈ? ਇਹ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਸਾਹਮਣੇ ਦੇਖੀ ਅੱਖਾਂ ਹੀ ਡਿੱਠੀਆਂ ਸਾਰੀਆਂ ਚੀਜ਼ਾਂ ਨੇ। ਸੋ ਇਸ ਕਰਕੇ ਇਸ ਚੀਜ਼ ਨੂੰ ਝੁਠਲਾਇਆ ਥੋੜੀ ਜਾ ਸਕਦਾ ਹੈ ਕਿ ਜੇ ਇਹ ਬਿਆਨ ਦੇ ਕੇ ਕਿ ਇੱਥੇ ਤਾਂ ਸਾਰੀ ਸ਼ਾਂਤੀ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਉੱਥੇ ਜਿਹੜੇ ਲੋਕ ਲੜਾਏ ਗਏ, ਉੱਥੇ ਲੋਕ ਮਾਰੇ ਗਏ, ਉਹ ਕੀ ਹੈ ਫਿਰ? ਸੋ ਇਹ ਬਿਆਨਬਾਜ਼ੀ ਦੇਣੀ ਕਿ ਇੱਥੇ ਤਾਂ ਸਭ ਠੀਕ ਹੈ, ਇੱਥੇ ਤਾਂ ਸਭ ਸ਼ਾਂਤੀ ਹੈ, ਇਹ ਮੈਨੂੰ ਲੱਗਦਾ ਹੈ ਕਿ ਸਹੀ ਬਿਆਨਬਾਜ਼ੀ ਨਹੀਂ ਹੈ। ਕਿਉਂਕਿ ਲੋਕ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਦੇ ਰਾਹੀਂ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨੇ। ਲੋਕ ਜਾਣਦੇ ਨੇ ਕਿ ਬਹੁਤ ਜ਼ਿਆਦਾ ਉੱਥੇ ਨੁਕਸਾਨ ਹੋਇਆ, ਦੋ ਫਿਰਕਿਆਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ। ਅੱਜ ਵੀ ਤੁਸੀਂ ਦੇਖੋਗੇ ਕਿ ਉੱਥੇ ਸ਼ਾਂਤੀ ਨਹੀਂ ਹੋ ਰਹੀ। ਸੋ ਇਸ ਕਰਕੇ ਇਦਾਂ ਦੀਆਂ ਗੱਲਾਂ ਇਹ ਕਹਿ ਦੇਣੀਆਂ ਕਿ ਇੱਥੇ ਤਾਂ ਜੀ ਸ਼ਾਂਤੀ ਹੋ ਚੁੱਕੀ ਹੈ, ਤੁਸੀਂ ਆਪਣਾ ਸੂਬਾ ਸੰਭਾਲੋ, ਮੈਨੂੰ ਇਹ ਲੱਗਦਾ ਹੈ ਕਿ ਲੋਕਾਂ ਨੂੰ ਜਾਂ ਜਿਹੜੇ ਮੀਡੀਆ ਕਰਮੀਆਂ ਨੂੰ ਇਹ ਸਾਰੀਆਂ ਗੱਲਾਂ ਪਤਾ ਨਹੀਂ, ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨੇ। ਸੋ ਝੂਠ ਬੋਲ ਕੇ ਤੁਸੀਂ ਇਹ ਕਹਿਣਾ ਕਿ ਇੱਥੇ ਸ਼ਾਂਤੀ ਹੈ, ਇਸ ਕਰਕੇ ਗਵਰਨਰ ਰਾਜ ਇੱਥੇ ਨਹੀਂ ਲੱਗ ਸਕਦਾ, ਇਹ ਮੈਨੂੰ ਲੱਗਦਾ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਬਾਕੀ ਮੰਤਰੀ ਸਾਹਿਬ। ਸੋ ਇਸ ਕਰਕੇ ਜੋ ਜ਼ਮੀਨੀ ਹਕੀਕਤ ਹੈ ਉਹ ਕੁਝ ਹੋਰ ਨਜ਼ਰ ਆ ਰਹੀ ਹੈ ਭੰਗੂ ਸਾਹਿਬ। ਜੀ ਬਿਲकुल ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਤੋਂ ਅੱਜ ਅਸੀਂ ਕਈ ਖਬਰਾਂ ਦੇ ਉੱਪਰ ਵਿਚਾਰ ਚਰਚਾ ਸਮਝੇ, ਕਈ ਵਿਚਾਰ ਲਏ, ਜੋ ਭਾਵੇਂ ਹੜ੍ਹਾਂ ਦਾ ਮਾਮਲਾ ਸੀ, ਉਸ ਤੋਂ ਬਾਅਦ ਗਵਰਨਰੀ ਰੂਲ ਸੀ ਜਾਂ ਹਰਿਆਣਾ ਦੇ ਸੀਐਮ ਦਾ ਪਲਟਵਾਰ ਸੀ। ਤੇ ਤੁਸੀਂ ਕੀ ਸੋਚਦੇ ਹੋ ਇਹਨਾਂ ਗੱਲਾਂ ਬਾਰੇ? ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।